गोबिंद सिंह संधू जी भी जुड़ चुके हैं, श्रोमणी अकाली दल ਅੰਮ੍ਰਿਤਸਰ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਸੰਧੂ ਸਾਹਿਬ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਉੱਤੇ। ਬਹੁਤ ਮਿਹਰਬਾਨੀ ਜੀ ਤੁਹਾਡੀ। ਸੰਧੂ ਸਾਹਿਬ, ਮੈਂ ਸ਼ੁਰੂਆਤ ਕਰਦਾ ਹਾਂ ਇसी ਪੁਆਇੰਟ ਤੋਂ ਕਿ ਤੁਲਨਾ ਕਿਉਂ ਜਨੇਊ ਤੇ ਕਿਰਪਾਨ ਦੀ ਤੁਲਨਾ ਕਿਉਂ? ਮੈਂ ਸਮਝਦਾ ਜੀ ਕਿ ਜਨੇਊ ਤੇ ਕਿਰਪਾਨ ਦੋਨੋਂ ਧਾਰਮਿਕ ਨਿਸ਼ਾਨ ਹੈਗੇ ਆ ਜੀ, ਤੇ ਦੋਨੋਂ ਜਿਵੇਂ ਗਰੇਵਾਲ ਸਾਹਿਬ ਨੇ ਉਹਨੇ ਆਖਿਆ ਕਿ ਕਿਰਪਾਨ ਸਿੱਖਾਂ ਦੇ ਸਰੀਰ ਦਾ ਇੱਕ ਅੰਗ ਬਣ ਗਿਆ। ਕਿਰਪਾਨ ਦਾ ਪਹਿਲਾਂ ਦਾ ਮਤਲਬ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਉਸ ਤੋਂ ਬਾਅਦ ਆਪਾਂ ਜਨੇਊ ਦਾ ਵੀ ਮਤਲਬ ਸਮਝਾਂਗੇ। ਕਿਰਪਾਨ ਦੋ ਸ਼ਬਦਾਂ ਨਾਲ ਬਣਿਆ, ਇੱਕ ਕਿਰਪਾ, ਠੀਕ ਹੈ ਜੀ। ਕਿਰਪਾ ਦਾ ਕੀ ਮਤਲਬ ਹੈ? ਪਿਆਰ, ਕੰਪੈਸ਼ਨ, ਤੇ ਇੱਕ ਪਿਆਰ ਦਾ ਸ਼ਬਦ ਹੈਗਾ ਜੀ। ਤੇ ਆਣ ਕੀ ਹੁੰਦੀ ਹੈ? ਆਣ ਮਤਲਬ ਸਤਿਕਾਰ, ਠੀਕ ਹੈ ਜੀ। ਤੇ ਜਿਹੜਾ ਜਨੇਊ ਹੈ, ਜਨੇਊ ਤਿੰਨ ਹਿੰਦੂ ਧਰਮਾਂ ਦੇ ਦੇਵੀਆਂ ਨੂੰ ਰਿਪਰੈਜ਼ੈਂਟ ਕਰਦਾ। ਸਰਸਵਤੀ ਦੇਵੀ ਜੀ ਨੂੰ ਕਰਦਾ, ਤੇ ਲక్ష్ਮੀ ਦੇਵੀ ਜੀ ਨੂੰ ਕਰਦਾ, ਤੇ ਪਾਰਵਤੀ ਦੇਵੀ ਜੀ ਨੂੰ ਕਰਦਾ। ਤੇ ਉਹਦੇ ਕਈ ਧਾਰਮਿਕ ਬਿਲੀਫਸ ਹੈਗੇ ਆ, ਤੇ ਉਹਨਾਂ ਨੂੰ ਹਿੰਦੂ ਧਰਮ 'ਚ ਮੰਨਦੇ ਹੈਗੇ ਆ ਕਿ ਇਹ ਸਮਾਜ ਨੂੰ ਸੁਰੱਖਿਅਤ ਰੱਖਦਾ ਤੇ ਇਹਦੇ ਨਾਲ ਮੋਕਸ਼ਾ ਦੀ ਪ੍ਰਾਪਤੀ ਵੀ ਹੁੰਦੀ ਹੈ। ਸੋ ਦੋਨੋਂ ਧਰਮਾਂ ਦੀ ਗੱਲ ਬਿਲਕੁਲ ਠੀਕ ਹੈਗੀ ਹੈ। ਕੋਈ ਧਰਮਾਂ 'ਚ ਬਿਲਕੁਲ ਵੀ ਧਾਰਮਿਕ ਨਿਸ਼ਾਨੀਆਂ ਤੇ ਤੁਲਨਾ ਨਹੀਂ ਹੋਈ। ਗੱਲ ਹੈਗੀ ਹੈ ਸੰਵਿਧਾਨ ਦੀ। ਸੰਵਿਧਾਨ ਦਾ ਜਿਹੜਾ ਧਾਰਾ 15 ਹੈਗਾ, ਆਰਟੀਕਲ 15, ਉਹ ਕਹਿੰਦਾ ਹੈ ਕਿ ਸੰਵਿਧਾਨ ਦੇ ਅੱਗੇ, ਕਾਨੂੰਨ ਦੇ ਅੱਗੇ ਹਰੇਕ ਇਨਸਾਨ ਬਰਾਬਰ ਹੈਗਾ। ਇਹਦਾ ਇਹ ਮਤਲਬ ਹੈ ਕਿ ਜਿਹੜੇ ਮਰਜ਼ੀ ਧਰਮ ਦੇ ਹੋਵੋ, ਤੁਸੀਂ ਸਿੱਖ ਹੋਵੋ ਜਾਂ ਤੁਸੀਂ ਈਸਾਈ ਹਿੰਦੂ ਧਰਮ ਦੇ ਹੋਵੋ, ਮੁਸਲਮਾਨ ਹੋਵੋ, ਤੁਸੀਂ ਸਾਰੇ ਜਾਤ ਪਾਤ ਮਜ਼ਹਬਾਂ ਨੂੰ ਛੱਡ ਕੇ ਤੁਸੀਂ ਸਾਰੇ ਬਰਾਬਰ ਹੋ। ਸੋ ਇਹਦਾ ਇਹ ਮਤਲਬ ਹੈ ਕਿ ਹਿੰਦੂ ਧਰਮ ਦੀ ਧਾਰਮਿਕ ਨਿਸ਼ਾਨੀਆਂ ਤੇ ਸਿੱਖ ਧਰਮ ਦੀ ਧਾਰਮਿਕ ਨਿਸ਼ਾਨੀਆਂ ਕਾਨੂੰਨ ਅੱਗੇ ਬਰਾਬਰਤਾ ਨਾਲ ਦੇਖੀ ਜਾਣਗੀਆਂ। ਜਿਹੜੇ ਸੰਵਿਧਾਨ ਦੀ ਆਰਟੀਕਲ 25 ਹੈ, ਧਾਰਾ 25, ਉਹ ਕਹਿੰਦੀ ਹੈ, ਇਹ ਚੀਜ਼ ਮੈਂ ਗਰੇਵਾਲ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਇਹਨੂੰ ਨੋਟ ਕਰਿਓ ਜੀ। ਉਹ ਕਹਿੰਦੀ ਹੈ ਕਿ a Sikh can wear his kirpan and hold his kirpan, ਮਤਲਬ ਇੱਕ ਸਿੱਖ ਆਪ ਦੀ ਕਿਰਪਾਨ ਪਾ ਵੀ ਸਕਦਾ ਤੇ ਰੱਖ ਵੀ ਸਕਦਾ। ਹੁਣ ਜਿਹੜਾ ਵੀ ਸਿੱਖ ਜੀ ਇੱਕ 에ਅਰਕ੍ਰਾਫਟ 'ਤੇ ਜਾਂ ਹੋਰ ਕਿਤੇ ਵੀ ਕਿਰਪਾਨ ਨੂੰ ਕਿਸੇ ਗਲਤ ਕੰਮ ਲਈ ਪ੍ਰਯੋਗ ਕਰੂਗਾ ਜਾਂ ਕਿਰਪਾਨ ਨਾਲ ਅੱਤਵਾਦ ਜਾਂ ਅੱਤਵਾਦੀ ਗਤੀਵਿਧੀ ਦਾ ਕੋਈ ਕੰਮ ਕਰੂਗਾ, ਫਿਰ ਉਹ ਧਰਮ ਦੀ ਬੇਅਦਬੀ ਕਰਦਾ। ਕੋਈ ਕਿਤੇ ਵੀ ਸਾਡੇ ਗੁਰੂ ਸਾਹਿਬਾਨਾਂ ਨੇ, ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਨੇ 5 ਕਗਾਰਾਂ ਦਿੱਤੀਆਂ ਸੀਗੀਆਂ ਸਿੱਖਾਂ ਨੂੰ, ਇਹ ਕਿਤੇ ਨਹੀਂ ਆਖਿਆ ਕਿ ਅਸੀਂ ਹਿੰਸਕ ਹੋਣ ਵਾਸਤੇ ਜਾਂ ਕਿਸੇ ਗਲਤ ਕੰਮ ਵਾਸਤੇ ਇਹਦਾ ਪ੍ਰਯੋਗ ਕਰਨਾ ਹੈ। ਤੇ ਮੈਂ ਸਮਝਦਾ ਕਿ ਜਿਹੜੀ ਅੱਜ ਦੀ ਦਿੱਲੀ ਦੀ ਹਕੂਮਤ ਹੈ, ਉਹ ਸਿੱਖਾਂ ਨੂੰ ਭੜਕਾਉਣ ਵਾਸਤੇ ਕੋਈ ਕਸਰ ਛੱਡ ਨਹੀਂ ਰਹੀ ਬਿਲਕੁਲ ਵੀ। ਤੇ ਇਹ ਚੀਜ਼ SGPC ਨੂੰ ਵੀ ਸਮਝਣੀ ਚਾਹੀਦੀ ਹੈ, ਜਿਹਦੇ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨੂੰ ਇੱਕ ਹੋਰ ਧਰਮ ਨਾਲ ਕੰਪੇਅਰ ਕਰਕੇ ਸਮਝਾਇਆ। ਜੇ ਕਿਸੇ ਵੀ ਧਰਮ ਦਾ ਕੋਈ ਗਲਤ ਬੰਦਾ ਹੋਵੇ, ਜਿਹੜਾ ਕੋਈ ਗਲਤ ਕੰਮ ਕਰਨਾ ਹੋਵੇ, ਫਿਰ ਉਹ ਅੱਤਵਾਦੀ ਗਤੀਵਿਧੀ ਜੇ ਵਰਤਦਾ ਤੇ ਫਿਰ ਉਹ ਚਾਈਨੀਜ਼ ਡੋਰ ਨਾਲ ਵੀ ਵਰਤੀ ਜਾ ਸਕਦੀ ਹੈ। ਜੇ ਮੰਨ ਲਓ ਕਿ ਇੱਕ ਬੰਦਾ 에ਅਰਕ੍ਰਾਫਟ 'ਚ ਕੁਝ ਗਲਤ ਕਰਨਾ ਚਾਹੁੰਦਾ ਤੇ ਉਹ ਹਿੰਦੂ ਧਰਮ ਦੇ ਜਨੇਊ ਨੂੰ ਗਲਤ ਤਰੀਕੇ ਨਾਲ ਪਾ ਕੇ ਜੇ ਚਾਈਨੀਜ਼ ਡੋਰ ਦੀ ਪਾ ਲੂਗਾ ਤੇ ਉਹਦੇ ਨਾਲ ਉਹੋ ਜਿਹੀ ਕੋਈ ਘਟਨਾ ਕਰ ਸਕਦਾ, ਜਿਹਦੇ ਨਾਲ ਜਦੋਂ ਜਹਾਜ਼ ਹਵਾਈ ਹੁੰਦਾ ਤੇ ਉਹਦੇ 'ਚ ਫਿਰ ਉਹ ਜਹਾਜ਼ ਨੂੰ ਹਾਈਜੈਕ ਜਾਂ ਕੁਝ ਜੋ ਵੀ ਇਹ ਕਹਿੰਦੇ ਨੇ। ਤੁਸੀਂ ਬਹੁਤ ਤਫਸੀਲ ਨਾਲ ਗੱਲ ਰੱਖੀ ਹੈ। ਮੈਂ ਸੰਧੂ ਸਾਹਿਬ, ਮੈਂ ਬਹੁਤ ਸਿੱਧਾ ਪੁਆਇੰਟ ਦੇ ਉੱਤੇ ਆ ਰਿਹਾ। ਦੇਖੋ, ਜਿਹੜੀਆਂ ਧਾਰਮਿਕ ਚੀਜ਼ਾਂ ਨੇ ਜਾਂ ਧਾਰਮਿਕ ਜੋ ਸਾਡੇ ਚਿੰਨ੍ਹ ਨੇ, ਉਹਨਾਂ ਦੇ ਉੱਤੇ ਕੋਈ ਇਤਰਾਜ਼ ਨਹੀਂ ਕਰ ਰਿਹਾ, ਉਹ ਚਾਹੇ ਜਨੇਊ ਹੋਵੇ ਜਾਂ ਕਿਰਪਾਨ ਹੋਵੇ। ਪੁਆਇੰਟ ਇਹ ਕਿ ਤੁਲਨਾ ਕਰਨ ਦੀ ਜ਼ਰੂਰਤ ਕੀ ਹੈ। ਜਦੋਂ ਆਪਾਂ ਬਿਲਕੁਲ ਭਾਈਚਾਰਕ ਸਾਂਝ ਦਾ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜ਼ਿਕਰ ਕਰਦੇ ਹਾਂ, ਤਾਂ ਫਿਰ ਉੱਥੇ ਜ਼ਰੂਰਤ ਕਿਉਂ ਪੈ ਗਈ ਕਿ ਆਪਾਂ ਕਿਸੇ ਧਰਮ ਦਾ ਜ਼ਿਕਰ ਕਰ ਦਈਏ? ਆਪਾਂ ਕਿਉਂ ਕਿਸੇ ਧਰਮ ਦਾ ਜ਼ਿਕਰ ਕਰ ਰਹੇ ਹੋ ਕਿ ਫਿਰ ਜਨੇਊ ਵੀ ਨਹੀਂ, ਜੇ ਕਿਰਪਾਨ ਨਹੀਂ ਤਾਂ ਜਨੇਊ ਵੀ ਨਹੀਂ, ਤਾਂ ਤੁਸੀਂ ਟਾਰਗੇਟ ਕਰ ਰਹੇ ਹੋ ਇੱਕ ਤਰੀਕੇ ਨਾਲ ਇੱਕ ਵਿਸ਼ੇਸ਼ ਧਰਮ ਨੂੰ। ਕਿਉਂਕਿ ਸਾਡੇ ਦੇਸ਼ ਦੇ ਕਾਨੂੰਨ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। ਕਿਉਂਕਿ ਜੇ ਤਾਂ ਦੇਖੋ, ਤੁਸੀਂ ਹੈਜ਼ਰਡਸ ਆਈਟਮਸ ਨੂੰ ਦੇਖਣਾ ਹੈ, ਤੁਸੀਂ ਇਹੋ ਜਿਹੇ ਧਾਰਮਿਕ ਨਿਸ਼ਾਨੀਆਂ ਨੂੰ ਤੁਸੀਂ ਅੱਤਵਾਦੀ ਨਾਲ ਜੋੜਨਾ, ਜਾਂ ਤੁਸੀਂ ਕਹਿ ਦੇਣਾ ਕਿ ਫਲਾਈਟਸ 'ਚ ਸੇਫ ਨਹੀਂ ਹੈਗਾ,
ਜੀ। ਫਿਰ ਤਾਂ ਇਹ ਸਾਰੇ ਧਾਰਮਿਕ ਨਿਸ਼ਾਨਾਂ ਤੇ ਲਾਗੂ ਹੋਣਾ ਚਾਹੀਦਾ ਹੈ। ਹਰ ਅਦਾਲਤ 'ਚ ਸਿੱਖਾਂ ਦੀ ਧਰਮ ਦੀ ਬੇਅਦਬੀ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ। ਜੀ ਇਹਦੀ ਤੁਲਨਾ ਇਹ ਸਮਝਾਉਣ ਵਾਸਤੇ ਕਰਦੇ ਹੈ ਕਿ ਸਾਰੇ ਧਰਮਾਂ ਨੂੰ ਜੇ ਧਾਰਾ 15 ਬਰਾਬਰਤਾ ਨਾਲ ਦੇਖਦਾ ਤੇ ਫਿਰ ਸਿੱਖਾਂ ਤੇ ਇਹ ਚੀਜ਼ ਕਿਉਂ ਲਾਗੂ ਹੁੰਦੀ ਹੈ। ਹੁਣ ਮੈਂ ਪਹਿਲਾਂ ਤੁਹਾਡੀ ਗੱਲ ਸੁਣ ਰਿਹਾ ਸੀਗਾ ਜੀ, ਤੁਸੀਂ ਕਹਿੰਦੇ ਸੀਗੇ ਕਿ ਇਹਨੂੰ ਇਹਦੀ ਤੁਲਨਾ ਕਰਨ ਦੀ ਕੀ ਲੋੜ ਸੀਗੀ, ਠੀਕ ਹੈ ਜੀ, ਜਾਂ ਇਹਦੀ ਕਿ ਇਹਦਾ ਜੇ ਜਵਾਬ ਦੇਣਾ ਸੀਗਾ ਫਿਰ ਅਦਾਲਤ 'ਚ ਜਾ ਕੇ ਇਹਦਾ ਜਵਾਬ ਦਿੰਦੇ ਤੇ ਅਦਾਲਤ 'ਚ ਇਹਦਾ ਕੇਸ ਲੜਦੇ। ਬਿਲਕੁਲ। ਸਿੱਖਾਂ ਨੂੰ ਕਿਉਂ ਉਲਝਾਈ ਰੱਖਣਾ ਅਦਾਲਤਾਂ 'ਚ, ਸਿਰਫ ਇੱਕ ਧਰਮ ਦੇ ਲੋਕਾਂ ਨੂੰ ਕਿਉਂ ਉਲਝਾ ਕੇ ਰੱਖਣਾ, ਜਦੋਂ ਤੁਹਾਡਾ ਸੰਵਿਧਾਨ ਕਹਿੰਦਾ ਹੈ ਕਿ ਇੱਕ ਸਿੱਖ ਆਪਦੀ ਕਿਰਪਾਨ ਪਾ ਸਕਦਾ ਹੈ ਤੇ ਉਹਨੂੰ ਕੈਰੀ ਵੀ ਕਰ ਸਕਦਾ ਹੈ। ਨਹੀਂ ਪਰ ਸੰਧੂ ਸਾਹਿਬ ਦੇਖੋ ਪੁਆਇੰਟ ਇਹ ਹੈ ਨਾ, ਤੁਸੀਂ ਬਹੁਤ ਤਫਸੀਲ ਨਾਲ ਗੱਲ ਰੱਖ ਰਹੇ ਹੋ, ਪਰ ਦੇਖੋ ਪੁਆਇੰਟ ਇਹ ਹੈ ਕਿ ਤੁਸੀਂ ਜੇ ਸਟੇਟਮੈਂਟ ਬਾਹਰ ਦੇ ਦਿੱਤੀ ਤਾਂ ਫਿਰ ਅਦਾਲਤ ਉਸ ਨੂੰ ਸਮਝ ਥੋੜੀ ਲਏਗੀ ਕਿ ਠੀਕ ਹੈ ਮਾਨ ਸਾਹਿਬ ਨੇ ਕਿਸੇ ਥਾਂ ਦੇ ਉੱਤੇ ਸਟੇਟਮੈਂਟ ਦੇ ਦਿੱਤੀ, ਅਦਾਲਤ 'ਚ ਤਾਂ ਫਿਰ ਵੀ ਜਾ ਕੇ ਕਿਸੇ ਨਾ ਕਿਸੇ ਨੂੰ ਕੋਈ ਪੱਖ ਰੱਖਣਾ ਹੀ ਪੈਣਾ ਹੈ ਕਿ ਇਹਦੇ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉਲਝਾਇਆ ਹੋਇਆ ਹੈ, ਜੋ ਤੁਸੀਂ ਇਲਜ਼ਾਮ ਲਗਾ ਰਹੇ ਹੋ, ਇਸ ਸਟੇਟਮੈਂਟ ਦੇ ਨਾਲ ਕੁਝ ਸੁਲਝ ਨਹੀਂ ਰਿਹਾ। ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਜੀ ਅਦਾਲਤ 'ਚ ਦਿੱਲੀ ਦੀ ਹਾਈ ਕੋਰਟ 'ਚ ਪਹੁੰਚਿਆ ਕਿਵੇਂ, ਕਿਉਂਕਿ ਸੁਪਰੀਮ ਕੋਰਟ ਦੀ ਅਦਾਲਤ ਨੇ ਇਹਨੂੰ ਰਿਜੈਕਟ ਕਰਤਾ ਸੀਗਾ ਇਸ ਪਟੀਸ਼ਨ। ਮੇਰੇ ਖਿਆਲ ਇਹਨਾਂ ਦੇ ਪਟੀਸ਼ਨਰ ਹੈਗੇ ਆ ਹਿੰਦੂ ਸੈਨਾ। ਜੇ ਤਾਂ ਮਾਨ ਸਾਹਿਬ ਨੇ ਕੋਈ ਪਟੀਸ਼ਨ ਪਾਈ ਹੋਵੇ ਅਦਾਲਤ 'ਚ ਕਿ ਹਿੰਦੂ ਧਰਮ ਦੇ ਧਾਰਮਿਕ ਨਿਸ਼ਾਨੀਆਂ ਨੂੰ ਉਹ ਗਲਤ ਕਹਿ ਰਹੇ ਨੇ ਅਦਾਲਤ 'ਚ ਤੇ ਹਿੰਦੂ ਧਰਮ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ, ਫਿਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਫਿਰ ਇਹ ਭੜਕਾਊ ਚੀਜ਼ ਹੈ। ਪਰ ਜਦੋਂ ਸਿੱਖਾਂ ਨੇ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਾਂ ਸਾਡੀ ਪਾਰਟੀ ਨੇ ਕਦੀ ਵੀ ਭੜਕਾਉਣ ਦੀ ਕੀਤੀ ਨਹੀਂ ਸ਼ੁਰੂਆਤ ਬਿਲਕੁਲ ਵੀ, ਇਹ ਜ਼ਰੂਰੀ ਥੋੜੀ ਨਾ ਹੈਗਾ ਕਿ। ਐਂਡ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੀ, ਇਹਦੇ 'ਚ ਇਹ ਵੀ ਸਮਝਣਾ ਬਹੁਤ ਜ਼ਰੂਰੀ ਹੈ ਕਿ ਸੁਪਰੀਮ ਕੋਰਟ ਨੇ ਜਦੋਂ ਇਹ ਰਿਜੈਕਟ ਕਰਤਾ ਕਿ ਇਹਨੂੰ ਸੁਣਨਾ ਹੀ ਨਹੀਂ ਅਸੀਂ ਕੇਸ ਨੂੰ, ਤੇ ਇਹਨਾਂ ਨੇ ਕਿਹਾ ਕਿ ਜੇ ਤੁਸੀਂ ਫੇਰ ਵੀ ਜਾ ਕੇ ਇਹਦੀ ਸੁਣਵਾਈ ਕਰਾਉਣੀ ਹੈ, ਸੁਪਰੀਮ ਕੋਰਟ ਨੇ ਕਿਹਾ ਤੁਸੀਂ ਹਾਈ ਕੋਰਟ 'ਚ ਜਾ ਕੇ ਕੋਸ਼ਿਸ਼ ਕਰ ਲਓ। ਤੇ ਹਾਈ ਕੋਰਟ ਦੇ ਵੀ ਜੱਜਾਂ ਨੂੰ ਸੁਪਰੀਮ ਕੋਰਟ ਦੇ ਜੱਜਾਂ ਵਰਗੀ ਗਿਆਨ ਹੋਣੀ ਚਾਹੀਦੀ, ਅਕਲ ਹੋਣੀ ਚਾਹੀਦੀ ਹੈ ਕਿ ਇਹੋ ਜਿਹੇ ਕੇਸਿਸ ਨੂੰ ਨਾਲ ਦੀ ਨਾਲ ਰਿਜੈਕਟ ਕੀਤਾ ਜਾਵੇ। ਜੇ ਤੁਸੀਂ ਦੇਸ਼ ਦੀ ਭਾਈਚਾਰਕ ਸਾਂਝ ਰੱਖਣਾ ਚਾਹੁੰਦੇ ਹੋ, ਇਸ ਦੇਸ਼ ਦਾ ਜਿਹੜਾ ਕਾਮਨ ਇੰਸਟੀਟਿਊਸ਼ਨ ਹੈ ਉਹ ਤਾਂ ਅਦਾਲਤਾਂ ਹੈਗੀਆਂ ਨਾ। ਅਸੀਂ ਤਾਂ ਨਹੀਂ ਕਾਮਨ, ਅਸੀਂ ਹਿੰਦੂ ਧਰਮ ਵਾਸਤੇ ਜਾਂ ਸਿੱਖ ਧਰਮ ਵਾਸਤੇ ਸਾਡੀ ਪਾਰਟੀ ਤਾਂ ਨਹੀਂ ਫੈਸਲਾ ਕਰ ਸਕਦੀ, ਕਾਨੂੰਨ ਹੀ ਫੈਸਲਾ ਕਰੂਗਾ। ਤੁਸੀਂ ਬਹੁਤ ਡਿਟੇਲ, ਮੇਰਾ ਤਾਂ ਪੁਆਇੰਟ ਇਹ ਵੀ ਹੈ ਕਿਉਂਕਿ ਤੁਸੀਂ ਅਦਾਲਤਾਂ ਤੇ ਵੀ ਕਈ ਵਾਰੀ ਤੁਹਾਡੀ ਪਾਰਟੀ ਦੇ ਨੁਮਾਇੰਦੇ ਸਵਾਲ ਚੁੱਕ ਦਿੰਦੇ ਨੇ। ਅੱਜ ਤੁਸੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਠੀਕ ਕਹਿ ਰਹੇ ਹੋ ਕਿ ਠੀਕ ਹੈ, ਉਹਨਾਂ ਨੇ ਕਹਿ ਦਿੱਤਾ ਕਿ ਨਹੀਂ ਇਹ ਪਟੀਸ਼ਨ ਦੇ ਉੱਤੇ ਅਸੀਂ ਨਹੀਂ ਸੁਣਵਾਈ ਕਰਨੀ, ਜੇ ਗੱਲ ਕਰਨੀ ਹੈ ਤਾਂ ਹੇਠਲੀ ਅਦਾਲਤ 'ਚ ਜਾਓ। ਜਿਹੜੀ ਚੀਜ਼ ਠੀਕ ਹੈ ਉਹ ਚੀਜ਼ ਠੀਕ ਹੈ ਜੀ, ਜਿਹੜੀ ਚੀਜ਼ ਬਿਲਕੁਲ ਇੱਕ ਦੋਖਲ ਜਾਂ ਕੇਸ ਹੋਵੇ, ਗਲਤ ਕੇਸ ਹੋਵੇ ਜਿਹਦੇ ਨਾਲ। ਚਲੋ ਮੈਨੂੰ ਥੋੜਾ ਜਿਹਾ ਟਾਈਮ ਦਿਵੋ, ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਨੂੰ ਐਡ ਕਰ ਲਵਾਂ। ਤੁਸੀਂ ਬਹੁਤ ਡਿਟੇਲ ਦੇ ਵਿੱਚ ਆਪਣੀ ਗੱਲ ਰੱਖੀ ਹੈ। ਜੈਬੰਸ਼ ਜੀ ਔਰ ਵਿਜੇ ਭਾਰਦਵਾਜ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਭਾਰਦਵਾਜ ਸਾਹਿਬ, ਮੈਂ ਜੈਬੰਸ਼ ਜੀ ਤੁਹਾਡੇ ਕੋਲ ਆਉਂਗਾ। ਭਾਰਦਵਾਜ ਸਾਹਿਬ, ਇਤਰਾਜ਼ ਕਿਉਂ ਹੈ ਇਸ ਦੇ ਉੱਪਰ? ਕਿਹੜੀ ਗੱਲ ਦੇ ਉੱਤੇ ਤੁਹਾਨੂੰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਇਤਰਾਜ਼ ਹੈ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ? ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਸਟੇਟਮੈਂਟ ਹੈ ਉਹਦੇ ਵਿੱਚ ਇਤਰਾਜ਼ਯੋਗ ਸਿਰਫ ਗੱਲ ਇਸ ਕਰਕੇ ਹੈ ਕਿ ਇਹਦੀ ਜਿਹੜੀ ਮਾਨਸਿਕਤਾ ਸਿਮਰਨਜੀਤ ਸਿੰਘ ਮਾਨ ਦੀ, ਇਹ ਹਿੰਦੂਆਂ ਨਾਲ ਨਫ਼ਰਤ ਕਰਦਾ। ਹਰ ਗੱਲ ਦੇ ਵਿੱਚ ਹਿੰਦੂਆਂ ਨੂੰ ਵਿੱਚ ਲੈ ਕੇ ਆ ਜਾਣਾ, ਹਿੰਦੂਆਂ ਨਾਲ ਤੁਲਨਾ ਕਰਨੀ, ਭਾਰਤ ਦੇਸ਼ ਦੇ ਖਿਲਾਫ ਇਹਨੇ ਬੋਲਣਾ ਹੈ, ਭਾਰਤ ਦੇ ਝੰਡੇ ਦੇ ਖਿਲਾਫ ਇਹਨੇ ਬੋਲਣਾ ਹੈ, ਭਾਰਤ ਦੇ ਝੰਡੇ ਦੀ ਇਹਨੇ ਬੇਅਦਬੀ ਕਰਨੀ ਹੈ। ਔਰ ਉਸੇ ਤਰੀਕੇ ਦੇ ਨਾਲ ਹਿੰਦੂਆਂ ਦੇ ਜਿਹੜੇ ਪ੍ਰਤੀਕ ਹੈ, ਜਿੱਦਾਂ ਜਨੇਊ ਹੈ, ਜਨੇਊ ਜਿਸ ਤਰੀਕੇ ਦੇ ਨਾਲ ਹਰ ਸਿੱਖ ਗਾਤਰਾ ਨਹੀਂ ਪਾਉਂਦਾ, ਹਰ ਹਿੰਦੂ ਜਨੇਊ ਨਹੀਂ ਪਾਉਂਦਾ, ਬੜੇ ਇਹ ਧਾਰਮਿਕ ਅਨੁਸ਼ਠਾਨ ਦੇ ਨਾਲ ਇਹਦਾ ਸੰਸਕਾਰ ਜਿਹੜਾ ਕੀਤਾ ਜਾਂਦਾ। ਪਰ ਜਿਹੜੀ ਗੱਲ ਸਿਮਰਨਜੀਤ ਸਿੰਘ ਮਾਨ ਦੀ ਕੀਤੀ ਗਈ ਹੈ ਵੀ ਜੇ ਅਸੀਂ ਕਿਰਪਾਨ ਦਾ ਜਿਹੜੇ ਹੁਣੀ ਭਾਈ ਸਾਹਿਬ ਗੱਲ ਸੰਧੂ ਸਾਹਿਬ ਗੱਲ ਕਰਦੇ ਪਏ ਸੀਗੇ, ਜੇ ਸਾਨੂੰ ਸੰਵਿਧਾਨ ਨੇ ਇਹਦੀ ਇਜਾਜ਼ਤ ਦਿੱਤੀ ਗਈ ਹੈ ਕਿਰਪਾਨ ਪਾਉਣ ਦੀ ਨਹੀਂ ਹੈ, ਉਹ ਹੈ ਗਾਤਰਾ ਪਾਉਣ ਦੀ। ਉਹਦੀ ਵੀ ਉਹਨਾਂ ਨੇ ਇੱਕ ਲੈਂਥ ਦੱਸੀ ਹੋਈ ਹੈ ਵੀ 6 ਇੰਚ ਦੀ ਲੈਂਥ ਹੋਣੀ ਚਾਹੀਦੀ ਹੈ ਔਰ ਵੱਧ ਤੋਂ ਵੱਧ ਉਹਦਾ ਜਿਹੜਾ ਉੱਪਰ ਮਿਆਨ ਜਿਹੜੀ ਹੈ ਉਹਦੀ ਪਾ ਕੇ 9 ਇੰਚ ਦੇ ਕਰੀਬ ਉਹਦੀ ਕੀਤੀ ਜਾ ਸਕਦੀ ਹੈ। ਜੇ ਤੁਸੀਂ ਕਿਰਪਾਨਾਂ ਦੀ ਗੱਲ ਕਰੋ, ਹੁਣੀ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਕੁਝ ਨਿਹੰਗਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਪੁਲਿਸ ਦੇ ਆਫੀਸਰ ਦਾ ਹੱਥ ਵੜਤਾ। ਜਿਸ ਤਰ੍ਹਾਂ ਇਹ ਵਾਇਲੈਂਟ, ਜਿਸ ਤਰੀਕੇ ਨਾਲ ਕਿਰਪਾਨਾਂ ਦੀ ਗੱਲ ਚੱਲਦੀ ਪਈ ਹੈ, ਕਿਰਪਾਨ ਦੇ ਨਾਲ ਹਿੰਸਾ ਫੈਲਦੀ ਹੈ। ਅਸੀਂ ਇਹ ਕਹਿੰਦੇ ਹਾਂ
ਕੱਲੀ ਸਿੱਖਾਂ ਦੀ ਮਨੋਤੀ ਨਹੀਂ ਹੈ ਕਿਰਪਾਨ ਪਾਣਾ, ਹਿੰਦੂ ਵੀ ਕਿਰਪਾਨ ਵਾਲੇ ਹੈ। ਰਾਜਪੂਤਾਂ ਦੇ ਪੂਰਾ ਬੜਾ ਵੱਡਾ ਇਤਿਹਾਸ ਰਿਹਾ ਆਪਣੇ ਨਾਲ ਕਿਰਪਾਨ ਰੱਖਣ ਦਾ। ਜੇ ਇਸ ਤਰੀਕੇ ਦੇ ਨਾਲ ਸਮਾਜ ਦਾ ਹਰ ਬੰਦਾ ਕਿਰਪਾਨਾਂ ਲੈ ਕੇ, ਜਿਹੜੀਆਂ ਲੰਬੀਆਂ ਕਿਰਪਾਨਾਂ ਤਲਵਾਰਾਂ ਲੈ ਕੇ ਚੱਲਣਾ ਸ਼ੁਰੂ ਕਰ ਦੇਗਾ ਤੇ ਸਮਾਜ ਦੇ ਵਾਸਤੇ ਬੜਾ ਖਤਰਨਾਕ ਹੈ। ਅਸੀਂ ਜਿਹੜੀ ਆ ਪਟੀਸ਼ਨ ਜਿਹੜੀ ਪਾਈ ਹੈ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਗਾਤਰਾ ਹੈ, ਗਾਤਰੇ ਨੂੰ ਪੂਰੀ ਇਜਾਜ਼ਤ ਹੈ, ਕੋਈ ਵੀ ਸਿੱਖ ਗਾਤਰਾ ਪਾ ਕੇ ਜਾ ਸਕਦਾ ਇਹ। ਪਰ ਜਿਹੜੀ ਤੁਲਨਾ ਕੀਤੀ ਗਈ ਹੈ ਜਨੇਊ ਦੇ ਨਾਲ, ਇਹ ਸਿਮਰਤ ਸਿੰਘ ਮਾਨ ਅਨਪੜ੍ਹ ਬੰਦਿਆਂ ਵਾਲੀ ਗੱਲ ਕਰਦਾ ਪਿਆ, ਪੜ੍ਹਿਆ ਲਿਖਿਆ ਬੰਦਾ ਹੋ ਕੇ ਵੀ ਅਨਪੜ੍ਹ ਬੰਦੇ ਦੀ ਗੱਲ ਕਰਦਾ ਪਿਆ। ਇਹ ਜਨੇਊ ਇੱਕ ਬਹੁਤ ਹੀ ਛੋਟੇ ਦਾ ਧਾਗਾ ਹੁੰਦਾ, ਥ੍ਰੈਡ, ਹਲਕੀ ਜੀ ਥ੍ਰੈਡ ਹੁੰਦੀ ਹੈ। ਇਹ ਬੇਵਕੂਫ ਆਦਮੀ ਉਹਨੂੰ ਇੱਕ ਰੱਸੇ ਦੇ ਨਾਲ ਤੁਲਨਾ ਕਰਦਾ ਪਿਆ ਵੀ ਉਹਦੇ ਨਾਲ ਫਾਂਸੀ ਦਿੱਤੀ ਜਾ ਸਕਦੀ ਹੈ। ਬੜੀ ਸ਼ਰਮ ਦੀ ਗੱਲ ਹੈ ਵੀ ਸਾਡੇ ਹਿੰਦੂਆਂ ਦੇ ਨਾਲ ਇੰਨੀ ਨਫ਼ਰਤ ਕਰਨੀ, ਇਹ ਮੇਰੇ ਖਿਆਲ ਦੇ ਵਾਸਤੇ ਕਿਸੇ ਵਾਸਤੇ ਚੰਗੀ ਗੱਲ ਨਹੀਂ ਹੈ। ਮੈਂ ਠੀਕ ਹੈ, ਚਲੋ ਮੈਂ ਇੱਕ ਜਵਾਬ ਲੈ ਲਵਾਂ। ਜੈਵੰਸ਼ ਜੀ, ਮੈਂ ਤੁਹਾਡੇ ਕੋਲ ਆਉਣਾ, ਮੈਂ ਭਾਰਦਵਾਜ ਜੀ ਇੱਕ ਜਵਾਬ ਲੈ ਲਵਾਂ।